ਜਦੋਂ ਇੰਦਰਾ ਗਾਂਧੀ ਦਾ 31 ਤਰੀਕ ਨੂੰ ਜਦੋਂ ਮਰਡਰ ਉੱਥੇ ਕੀਤਾ ਜਾਂਦਾ, ਉसी ਟਾਈਮ ਅਸੀਂ ਉਸ ਟਾਈਮ ਕ੍ਰਿਕਟ ਖੇਡ ਰਹੇ ਸੀ। ਅਸੀਂ ਸਵੇਰੇ ਸਾਡਾ ਉੱਥੇ ਮੈਚ ਲੱਗਿਆ ਸੀ। ਇਸ ਦਾ ਇੱਕ ਨਹੀਂ, ਹਰ ਪਾਰਟੀ ਇਸ ਦੇ ਲਈ ਕਸੂਰਵਾਰ ਹੈ। ਜਿਹੜੀ ਪਾਰਟੀ ਸਾਨੂੰ ਇਨਸਾਫ ਦੇਣ ਵਿੱਚ ਕਾਮਯਾਬ ਨਹੀਂ ਹੋਈ। ਦੁੱਧ ਦਾ ਕੰਮ ਕਰਦਾ ਸੀ, ਉਹ ਦੁੱਧ ਉਹਨੇ ਸਕੂਟਰ ਤੇ ਰੱਖਿਆ ਹੋਇਆ ਤੇ ਉਹ ਦੁੱਧ ਦੇਣ ਜਾ ਰਿਹਾ ਸੀ। ਉਹਦੇ ਸਕੂਟਰ ਤੋਂ ਜਾਂ ਦੁੱਧ ਦੇ ਕੇ ਵਾਪਸ ਆਇਆ ਸੀ, ਉਹਦੇ ਸਕੂਟਰ ਤੋਂ ਹੀ ਉਹਦਾ ਆਪਣਾ ਪੈਟਰੋਲ ਕੱਢਿਆ ਗਿਆ, ਉਹਦੀ ਪੱਗ ਉਤਾਰ ਕੇ ਉਹਨੂੰ ਸਕੂਟਰ ਤੇ ਹੀ ਬੰਨਿਆ ਗਿਆ। ਔਰ ਜਿਹੜੇ ਇਹਨਾਂ ਅੱਗ ਲਾਈ ਹੈ ਉਹ ਅੱਜ ਵੀ ਉਹ ਮੌਜੂਦ ਨੇ ਔਰ ਉਹ ਸੱਤਾ ਦੇ ਵਿੱਚ ਆਏ ਔਰ ਸੱਤਾ ਦਾ ਨਿੱਘ ਮਾਣ ਰਹੇ ਨੇ। ਔਰ ਸਾਡੇ ਨਾਮ ਦੇ ਉੱਤੇ ਕਈ ਤਰੀਕੇ ਦੀਆਂ ਰੋਟੀਆਂ ਕਈਆਂ ਨੇ ਸੇਕੀਆਂ ਗਈਆਂ। ਅਸੀਂ ਉਹ ਸਾਰਿਆਂ ਨੂੰ ਕਸੂਰਵਾਰ ਸਮਝਦੇ ਹਾਂ। ਇਨਸਾਫ ਦੇਣਾ ਤੇ ਬੜੀ ਦੂਰ ਦੀ ਗੱਲ। ਜਿਹੜੀ ਮਾਲੀ ਨੁਕਸਾਨ ਹੋਏ ਨੇ ਉਹ ਵੀ ਦੇਸ਼ ਨੇ ਨਹੀਂ ਦਿੱਤੇ। ਇसी ਕਰਕੇ ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਇਹ ਸਾਡੇ ਨਹੀਂ, ਇਹ ਦੇਸ਼ ਦੇ ਉੱਤੇ ਜਿਹੜਾ ਵੀ ਦੇਸ਼ ਦੇ ਉੱਤੇ ਕੁਰਸੀ ਤੇ ਬੈਠਾ, ਚਾਹੇ ਡਾਕਟਰ ਮਨਮੋਹਨ ਸਿੰਘ ਬੈਠਾ, ਚਾਹੇ ਕੋਈ ਬੈਠਾ, ਉਹਦੇ ਸਾਰਿਆਂ ਦੇ ਮੂੰਹ ਦੇ ਉੱਤੇ ਇਹ ਕਾਲਾ ਧੱਬਾ ਹੈਗਾ। ਇਹ ਸਿਰਫ ਕਾਂਗਰਸ ਪਾਰਟੀ ਨੇ ਇੱਕ ਬੜੀ ਵੱਡੀ ਚਾਲ ਖੇਡੀ ਹੈਗੀ ਹੈ। ਸਿੱਖਾਂ ਦਾ ਕਤਲੇਆਮ ਕਰਾਇਆ ਔਰ ਸਿੱਖ ਤੋਂ ਹੀ ਡਾਕਟਰ ਮਨਮੋਹਨ ਸਿੰਘ ਤੋਂ ਮਾਫੀ ਮੰਗਵਾਈ ਪਾਰਲੀਮੈਂਟ ਦੇ ਅੰਦਰ। ਨਵਜੇ ਪੰਜਾਬ ਦੇ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਸਿੱਖ ਕਤਲੇਆਮ ਦੀ। ਨਵੰਬਰ 1984 ਨੂੰ ਨਵੀਂ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਜ਼ਖਮ ਹਾਲੇ ਵੀ ਅੱਲੇ ਨੇ। 38 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤਾਈਂ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ, ਜਦੋਂ ਕਿ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਉਹਨਾਂ ਵੱਲੋਂ ਸਿਆਸੀ ਸਟੇਜਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਆਖਿਰਕਾਰ ਪੀੜਤ ਪਰਿਵਾਰਾਂ ਨੂੰ ਕਦੋਂ ਮਿਲੇਗਾ ਇਨਸਾਫ ਅਤੇ ਦੋਸ਼ੀਆਂ ਨੂੰ ਕਦੋਂ ਮਿਲਣਗੀਆਂ ਸਖਤ ਸਜ਼ਾਵਾਂ? ਇਹ ਸਾਰੇ ਸਵਾਲ ਦੇਸ਼ ਦੇ ਕਾਨੂੰਨ ਅਤੇ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹਨ। ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸੁਖਵਿੰਦਰ ਸਿੰਘ ਭਾਟੀਆ ਜੀ, ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੰਗਾ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਕਰ ਰਹੇ ਹਨ ਅਤੇ ਕਈ ਕੇਸਾਂ ਦੇ ਵਿੱਚ ਚਸ਼ਮਦੀਦ ਗਵਾਹ ਵੀ ਹਨ। ਸੁਖਵਿੰਦਰ ਭਾਟੀਆ ਜੀ, ਸਾਡੇ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਨਵੰਬਰ 1984 ਨੂੰ ਜੋ ਸਿੱਖਾਂ ਦਾ ਕਤਲੇਆਮ ਹੋਇਆ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਉਹ ਕਿਸੇ ਤੋਂ ਲੁਕਾ ਛਿਪਿਆ ਨਹੀਂ ਹੈਗਾ। ਤੇ ਅੱਜ 38 ਸਾਲ ਬੀਤ ਗਏ, ਕਿੱਥੇ ਜਿਹੜਾ ਹੈਗਾ ਇਹ ਕੇਸ ਖੜਾ? ਕੀ ਲੱਗਦਾ ਤੁਹਾਨੂੰ ਵੀ ਇਨਸਾਫ ਜਿਹੜਾ ਹੈਗਾ ਕਦੋਂ ਤੱਕ ਹੋਰ ਲੰਬੀ ਉਡੀਕ ਕਰਨੀ ਪਏਗੀ? ਪਹਿਲੇ ਤਾਂ ਮੈਂ ਸੋਢੀ ਸਾਹਿਬ ਤੁਹਾਡੇ ਔਰ ਤੁਹਾਡੇ ਨਾਲ ਤੁਹਾਡੇ ਜਿਹੜੇ ਸੁਣਨ ਵਾਲੇ ਤੁਹਾਡੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਔਰ ਆਪਣੀ ਸੁਸਾਇਟੀ ਵੱਲੋਂ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਰਹੀ ਗੱਲ ਦੇਸ਼ ਦੀ, ਇਹ ਦੇਸ਼ ਦੇ ਉੱਤੇ ਸਾਨੂੰ ਇਨਸਾਫ ਨਹੀਂ, ਇਹ ਦੇਸ਼ ਨੂੰ ਆਪਣੇ ਆਪ ਨੂੰ ਇਨਸਾਫ ਦੇਣ ਦੀ ਲੋੜ ਆ। ਕਿਉਂਕਿ ਦੇਸ਼ ਦੇ ਮੱਥੇ ਦੇ ਉੱਤੇ ਇਹ ਬੜਾ ਵੱਡਾ ਕਾਲਾ ਧੱਬਾ ਇਹ ਜਿਹੜਾ ਉਹਨਾਂ ਦੇ ਮੱਥੇ ਤੇ ਲੱਗਿਆ, ਉਹਦੇ ਵਿੱਚ ਉਹਦੇ ਉੱਪਰ ਜਿਹੜਾ ਵੀ ਕੁਰਸੀ ਦੇ ਉੱਤੇ ਬੈਠ ਰਿਹਾ, ਚਾਹੇ ਉਹ ਕਾਂਗਰਸ ਪਾਰਟੀ ਵੱਲੋਂ ਬੈਠਿਆ, ਚਾਹੇ ਉਹ ਬੀਜੇਪੀ ਵੱਲੋਂ ਬੈਠਿਆ, ਚਾਹੇ ਹੋਰ ਕਿਸੇ ਪਾਰਟੀ ਵੱਲੋਂ ਬੈਠਿਆ, ਅਸੀਂ ਆਲ ਇੰਡੀਆ ਦੀਆਂ ਜਿੰਨੀਆਂ ਵੀ ਪਾਰਟੀਆਂ ਹੈਗੀਆਂ, ਚਾਹੇ ਉਹ ਅਕਾਲੀ ਦਲ ਰਿਹਾ ਵਿੱਚ, ਚਾਹੇ ਉਹ ਕਾਂਗਰਸ ਦੇ ਇੱਥੇ ਦੇ ਲੋਕਲ ਪਏ ਆ, ਚਾਹੇ ਆਮ ਆਦਮੀ ਪਾਰਟੀ ਰਹੀ ਆ, ਇਹ ਸਾਰਿਆਂ ਦੇ ਮੱਥੇ ਦੇ ਉੱਤੇ ਉਸ ਤਰ੍ਹਾਂ ਦਾ ਬਰਾਬਰ ਹੀ ਇੱਕ ਕਲੰਕ ਔਰ ਕਾਲਾ ਧੱਬਾ ਹੈ ਉਹਨਾਂ ਦੇ ਮੱਥੇ ਦੇ ਉੱਤੇ, ਜਿਹੜੇ ਸਾਨੂੰ ਇਨਸਾਫ ਲੈ ਕੇ ਦੇਣ ਵਿੱਚ ਔਰ ਇਨਸਾਫ ਦੇਣ 'ਚ ਨਾਕਾਮਯਾਬ ਰਹੇ ਆ। ਤੁਸੀਂ ਸਾਰਿਆਂ ਨੂੰ ਬਰਾਬਰ ਦਾ ਜ਼ਿੰਮੇਵਾਰ ਮੰਨਦੇ ਹੋ? ਬਿਲਕੁਲ ਬਿਲਕੁਲ। ਦੇਸ਼ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਲੀਡਰ, ਚਾਹੇ ਉਹ ਛੋਟੇ ਲੈਵਲ ਦਾ, ਚਾਹੇ ਉਹ ਮਨਿੰਦਰ ਸਿੰਘ ਬਿੱਟੇ ਵਰਗਾ ਬੰਦਾ ਹੈਗਾ, ਜਿਹੜਾ ਕਿ ਕਿਸੇ ਪਾਰਟੀ ਦੇ ਨਾਲ ਸਰੋਕਾਰ ਨਹੀਂ, ਉੱਪਰ ਉਹਨੇ ਐਂਟੀ ਇੱਕ ਉਹ ਆਪਣਾ ਇੱਕ ਪਾਰਟੀ ਆਤੰਕਵਾਦੀ ਫਰੰਟ ਬਣਾਇਆ, ਜਿਹੜਾ ਸਾਡੇ ਨਾਲ ਆਤੰਕ ਹੋਇਆ ਉਹਦੇ ਬਾਰੇ ਅੱਜ ਤੱਕ ਮਨਿੰਦਰ ਸਿੰਘ ਬਿੱਟੇ ਦੇ ਮੂੰਹ ਤੋਂ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ। ਇਸ ਕਰਕੇ ਅਸੀਂ ਇਹਨਾਂ ਸਾਰਿਆਂ ਬੰਦਿਆਂ ਦੇ ਨਾਲ ਪੂਰਾ ਕੋਰਸਪੋਂਡੈਂਸ ਕੀਤਾ। ਇਹਦੇ ਵਿੱਚ ਕੋਈ ਵੀ, ਚਾਹੇ ਉਹ ਬੇਅੰਤ ਸਿੰਘ ਦਾ ਪੋਤਾ ਜਿਹੜਾ ਬਿੱਟੂ ਜਿਹੜਾ ਮੈਂਬਰ ਪਾਰਲੀਮੈਂਟ ਹੈਗਾ, ਉਹਦੇ ਨਾਲ ਵੀ ਅਸੀਂ ਕੋਰਸਪੋਂਡੈਂਸ ਕੀਤਾ ਹੈਗਾ। ਅਸੀਂ ਆਪਣਾ ਬਹੁਜਨ ਸਮਾਜ ਪਾਰਟੀ ਦੇ ਮਾਨ ਸਿੰਘ ਮਨੇੜਾ ਔਰ ਮਾਇਆਵਤੀ ਤੱਕ ਵੀ ਅਸੀਂ ਕੋਰਸਪੋਂਡੈਂਸ ਪਹੁੰਚਾਇਆ ਹੈਗਾ ਆਪਣਾ। ਪਰ ਸਾਨੂੰ ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਦੇਸ਼ ਦੀ ਇੱਕ ਨਹੀਂ, ਮੁਲਾਇਮ ਸਿੰਘ ਤੱਕ ਵੀ ਅਸੀਂ ਇਹ ਕਾਗਜ਼ੀ ਕਾਰਵਾਈ ਕੀਤੀ ਹੈਗੀ ਹੈ। ਦੇਸ਼ ਦਾ ਇੱਕ ਨਹੀਂ, ਹਰ ਪਾਰਟੀ ਇਸ ਦੇ ਲਈ ਕਸੂਰਵਾਰ ਹੈ, ਜਿਹੜੀ ਪਾਰਟੀ ਸਾਨੂੰ ਇਨਸਾਫ ਦੇਣ ਵਿੱਚ ਕਾਮਯਾਬ ਨਹੀਂ ਹੋਈਆਂ ਗਈਆਂ। ਭਾਟੀਆ ਸਾਹਿਬ, ਤੁਸੀਂ ਕਈ ਕੇਸਾਂ ਦੇ ਵਿੱਚ ਚਸ਼ਮਦੀਦ ਗਵਾਹ ਨੇ, ਤੇ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਜਿਹੜਾ ਹੈਗਾ ਉਸ ਟਾਈਮ ਕੀ ਵਾਪਰਿਆ ਸੀ, ਕਿਵੇਂ ਦਾ ਜਿਹੜਾ ਹੈਗਾ ਇਹ ਹਾਦਸਾ ਜਿਹੜਾ ਸਾਰਾ ਹੋਇਆ?
ਦੇਖੋ ਦੇਸ਼ ਦੇ ਬਾਹਰ ਰਹਿੰਦੇ ਲੋਕਾਂ ਨੂੰ ਇੰਨਾ ਸੀ ਕਿ ਕਿਉਂਕਿ ਉਹ ਪੰਜਾਬ ਦੇ ਨਾਲ ਇਨ ਟੱਚ ਤਾਂ ਰਹਿੰਦੇ ਸੀ, ਲੇਕਿਨ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਨਾਲ ਸਾਡੇ ਘਰਾਂ ਦੇ ਉੱਤੇ ਇਸ ਤਰੀਕੇ ਮਤਲਬ ਕਿ ਹਵਾਨੀ ਤਰੀਕੇ ਦੇ ਨਾਲ ਹਮਲੇ ਹੋ ਕੇ ਜਾਂ ਸਾਡੇ ਬੱਚਿਆਂ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਇਹ ਕਤਲੋਗਾਰਤ ਹੋਏਗੀ। ਜਦੋਂ ਇੰਦਰਾ ਗਾਂਧੀ ਦਾ 31 ਤਰੀਕ ਨੂੰ ਜਦੋਂ ਮਰਡਰ ਉੱਥੇ ਕੀਤਾ ਜਾਂਦਾ, ਅਸੀਂ ਉਸ ਟਾਈਮ ਕ੍ਰਿਕਟ ਖੇਡ ਰਹੇ ਸੀ। ਅਸੀਂ ਸਵੇਰੇ ਸਾਡਾ ਉੱਥੇ ਮੈਚ ਲੱਗਿਆ ਸੀ, ਅਸੀਂ ਕ੍ਰਿਕਟ ਖੇਡ ਰਹੇ ਸੀ। ਦੀ ਘਟਨਾ ਦੀ ਗੱਲ ਕਰ ਰਹੇ ਇਹ ਘਟਨਾ ਯਮਨਾ ਨਗਰ ਦੀ ਆ, ਜਿਹੜਾ ਕਿ ਡਿਸਟ੍ਰਿਕਟ ਯਮਨਾ ਨਗਰ ਅੱਜ ਦੀ ਡੇਟ 'ਚ, ਉਸ ਟਾਈਮ ਇਹ ਜ਼ਿਲ੍ਹਾ ਕੁਰਸ਼ੇਤਰ ਹੁੰਦਾ ਸੀ। ਮੈਂ ਉਸ ਟਾਈਮ 10ਵੀਂ ਦੀ ਪੜ੍ਹਾਈ ਕਰਕੇ ਹਟਿਆ ਸੀ ਤੇ +1 ਦੇ ਵਿੱਚ ਪੜ੍ਹ ਰਿਹਾ ਸੀ, ਜੋ ਕਿ ਮੈਂ ਪੜ੍ਹਾਈ ਵੀ ਨਹੀਂ ਪੂਰੀ ਕਰ ਸਕਿਆ, ਉਦੋਂ ਪੜ੍ਹ ਹੀ ਨਹੀਂ ਸਕਿਆ ਸੀ। ਤੇ ਮੇਰੇ ਸਾਹਮਣੇ ਇੱਕ ਦੋਜੀ ਬੰਦਾ ਜਿਹੜਾ ਦੁੱਧ ਦਾ ਕੰਮ ਕਰਦਾ ਸੀ, ਉਹ ਦੁੱਧ ਉਹਨੇ ਸਕੂਟਰ ਤੇ ਰੱਖਿਆ ਹੋਇਆ ਤੇ ਉਹ ਦੁੱਧ ਦੇਣ ਜਾ ਰਿਹਾ ਸੀ। ਉਹਦੇ ਸਕੂਟਰ ਤੋਂ ਜਾਂ ਦੁੱਧ ਦੇ ਕੇ ਵਾਪਸ ਆਇਆ ਸੀ, ਉਹਦੇ ਸਕੂਟਰ ਤੋਂ ਹੀ ਉਹਦਾ ਆਪਣਾ ਪੈਟਰੋਲ ਕੱਢਿਆ ਗਿਆ, ਉਹਦੀ ਪੱਗ ਉਤਾਰ ਕੇ ਉਹਨੂੰ ਸਕੂਟਰ ਤੇ ਹੀ ਬੰਨਿਆ ਗਿਆ। ਔਰ ਜਿਹੜੇ ਨੇ ਅੱਗ ਲਾਈ ਹੈ ਉਹ ਅੱਜ ਵੀ ਉਹ ਮੌਜੂਦ ਨੇ, ਔਰ ਉਹ ਅੱਜ ਆਪਣਾ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਦੇ ਉੱਥੇ ਦੇ ਕਹਿ ਲਓ ਕਿ ਆਪਣਾ MC ਦੀ ਉਹਨੇ ਟਿਕਟ ਦੇ ਉੱਤੇ ਉੱਥੇ ਦੀ ਅੱਜ ਚੋਣ ਲੜੀ ਔਰ ਸੱਤਾ ਉਹ ਜਿਹੜੀ ਉੱਥੇ ਦੀ ਸੱਤਾ ਮਾਣ ਰਹੇ ਨੇ। ਇਹ ਉਹ ਲੋਕ ਨੇ। ਇਸੀ ਕਰਕੇ ਅਸੀਂ ਕਿਸੇ ਇੱਕ ਪਾਰਟੀ ਨੂੰ, ਕਾਂਗਰਸ ਦਾ ਜਿਹੜੀ ਦੋਸ਼ੀ ਹੈ ਹੀ ਹੈ, ਰਾਜੀਵ ਗਾਂਧੀ ਦੋਸ਼ੀ ਤਾਂ ਹੈ ਹੀ ਨੇ, ਚਾਹੇ ਉਹਦੇ ਵਿੱਚ ਅਮਿਤਾਭ ਬੱਚਨ ਵਰਗੇ ਵੀ ਦੋਸ਼ੀ ਨੇ, ਲੇਕਿਨ ਉਹਦੇ ਨਾਲ ਜਿਹੜੇ ਇਹ ਭਾਰਤੀ ਜਨਤਾ ਪਾਰਟੀ ਦੇ ਔਰ ਜਿੰਨੇ ਵੀ ਬਾਕੀ ਲੋਕ ਨੇ, ਅਸੀਂ ਜਿਹੜੇ ਲੋਕ ਸੱਤਾ ਦੇ ਵਿੱਚ ਆਏ ਔਰ ਸੱਤਾ ਦਾ ਨਿੱਘ ਮਾਣ ਰਹੇ ਨੇ ਔਰ ਸਾਡੇ ਨਾਮ ਦੇ ਉੱਤੇ ਕਈ ਤਰੀਕੇ ਦੀਆਂ ਰੋਟੀਆਂ ਕਈਆਂ ਨੇ ਸੇਕੀਆਂ ਗਈਆਂ, ਅਸੀਂ ਉਹ ਸਾਰਿਆਂ ਨੂੰ ਕਸੂਰਵਾਰ ਸਮਝਦੇ ਹਾਂ ਇਸ ਦੇ ਵਿੱਚ। ਅੱਛਾ, ਇਕੱਲੇ ਹੁਣ ਤੱਕ ਜਿੰਨੇ ਵੀ ਜਿਹੜੀਆਂ ਗੱਲਾਂ ਆਈਆਂ ਨੇ ਕਾਨੂੰਨ ਦੇ ਸਾਹਮਣੇ ਜਾਂ ਸਮਾਜ ਦੇ ਸਾਹਮਣੇ, ਉਹ ਇਕੱਲੇ ਨਾ ਨਵੰਬਰ ਦਿੱਲੀ ਦੰਗਿਆਂ ਦੀ ਗੱਲ ਹੁੰਦੀ ਹੈ, ਦਿੱਲੀ ਦੇ ਸਿੱਖ ਕਤਲੇਆਮ ਦੀ ਗੱਲ ਹੁੰਦੀ ਹੈ, ਕਿ ਹੋਰ ਕਿਹੜੇ ਸੂਬਿਆਂ ਦੇ ਵਿੱਚ ਜਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈਗੀ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ? ਇਹ ਕਹੋ ਕਿ ਦੇਸ਼ ਦੇ ਕੋਈ ਐਸਾ ਕਿਹੜਾ ਸੂਬਾ ਜਿਹੜਾ ਬਚਿਆ ਸੀ, ਜਿਸ ਸੂਬੇ ਦੇ ਵਿੱਚ ਜੇ ਥੱਲੜੀ ਸਟੇਟਾਂ ਦੀ ਗੱਲ ਕਰ ਲਈਏ, ਜਿਹੜੀਆਂ ਕੇਰਲਾ ਜਾਂ ਤਾਮਿਲਨਾਡੂ ਵਗੈਰਾ ਸਟੇਟਾਂ, ਉਹ ਸਟੇਟਾਂ ਜਿਹੜੀਆਂ ਕਿ ਇਹਨਾਂ ਦੇ ਪੂਰਾ ਅੱਜ ਤੱਕ ਇਹਨਾਂ ਦੇ ਅੰਡਰ ਨਹੀਂ ਆਈਆਂ, ਉਹ ਸਟੇਟਾਂ ਨੂੰ ਛੱਡ ਕੇ ਬਾਕੀ ਉੱਪਰਲੀਆਂ ਸਟੇਟਾਂ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਮੱਧ ਪ੍ਰਦੇਸ਼ ਹੈਗਾ। ਮੱਧ ਪ੍ਰਦੇਸ਼ ਦੇ ਅੰਦਰ ਸਾਡਾ ਇੱਕ ਦੋਸਤ ਹੈਗਾ ਬੈਤੂਲ ਦੇ ਅੰਦਰ, ਉਹਦਾ ਮਕਾਨ ਨੂੰ ਅੱਗ ਲਗਾਤੀ, ਦੁਕਾਨ ਨੂੰ ਅੱਗ ਲਗਾਤੀ ਔਰ ਉਸ ਤੋਂ ਬਾਅਦ ਉਹਦਾ 40,000 ਰੁਪਏ ਦੀ ਉਹਦਾ ਕਰਜ਼ਾ ਸੀ ਉਹਦੇ ਉੱਤੇ, ਹੋਲਸੇਲਰ ਸੀ ਸਾਈਕਲਾਂ ਦਾ, उसने 40,000 रुपए के पिछे मकान नीलाम करता, जद कि सुप्रीम कोर्ट की पॉलिसी ये कहती सी कि 50,000 तक के कर्जे जड़े सी टोटली माफ सी। ते इन्नी शर्मनाक गल जिथे इंसाफ देना तो बड़ी दूर की गल, जी माली नुकसान होए ने वो भी देश ने नहीं दिते। इसी करके असी बार बार ये गल कह रहे हैं कि ये साडे नहीं, ये देश के उत्ते जड़ा भी देश के उत्ते कुर्सी ते बैठा, चाहे डॉक्टर मनमोहन सिंह बैठा, चाहे कोई बैठा, वो सारिਆਂ ਦੇ ਮੂੰਹ ਦੇ ਉੱਤੇ एक काला धब्बा हैगा। ये धब्बा कोई भी प्रधानमंत्री ने अपने ਜਿਹੜਾ देश के उत्ते धब्बा ਉਹਨੂੰ ਧੋਣ ਦੀ कोशिश नहीं की। सिर्फ तो सिर्फ कांग्रेस पार्टी ने एक बड़ी वड्डी चाल खेडी हैगी है, सिखा का कतलेआम कराया और सिख तो ही डॉक्टर मनमोहन सिंह तो माफ़ी मंगवाई पार्लीमेंट के अंदर। अज तक कांग्रेस की जी अज पार्टी दे विच जी सोनिया गांधी हैगी है या उन्हों का मुंडा राहुल गांधी हैगा, वो अपनी इंदिरा गांधी जो राजस्थान की किसी इलैक्शन बाहर की इलैक्शन चाहता अपनी दादी के नाम के उत्ते हिंदू कार्ड खेड के वोटां बटोरते हैं। इसी करके और दूसरिया पार्टियां भी एक दूसरे के उत्ते एलीगेशन इस तरीके नाल लगा के साडे जिहड़ा कतलेआम इत्थों तक कि जिहड़ा अकाली दल बादल हैगा सी, बादल ने जिहड़ा चोण मैनीफेस्टो अपना दिखाया गया, ਉਹਦੇ ਜਿਹੜੀਆਂ ਫੋਟੋਆਂ ਦਿਖਾਉਂਦੇ ਨੇ ਚੋਣ ਮੈਨੀਫੈਸਟੋ 'ਚ, ਉਹ ਕੁੱਤਾ ਸਾਡੇ ਪਰਿਵਾਰਾਂ ਦੇ ਬੱਚਿਆਂ ਦੀਆਂ ਹੱਡੀਆਂ ਨੂੰ ਖਾਂਦਾ ਹੋਇਆ ਦਿਖਾਉਂਦੇ ਨੇ। ਪਰ ਜਦੋਂ ਕਹਿਣੀ ਔਰ ਕਰਨੀ ਦੇ ਔਰ ਕਥਨੀ ਦੇ ਵਿੱਚ ਇਹ ਜ਼ਮੀਨ ਅਸਮਾਨ ਦਾ ਫਰਕ ਆਇਆ। ਜਦੋਂ ਕੋਈ ਚੀਜ਼ ਜਦੋਂ 2 ਲੱਖ ਰੁਪਏ ਦੀ ਗੱਲ ਹੋਈ, ਕਾਂਗਰਸ ਪਾਰਟੀ ਕਹਿੰਦੀ ਅਸੀਂ ਦਿੱਤਾ ਹੈਗਾ, दूसरा बंदा अकाली दल ने उदों ना लगते आके प्रेसां दे विच अपनियां गल्लां कहियां कि असीं 2-2 लाख रुपया लैण वास्ते असीं बड़ा वो कीता। असीं 2 लाख दे भुखे नहीं सी, असीं इंसाफ की गल करते सी। पर जिहड़ा 2 लाख भी दिता हैगा वो 23 साल बाद दिता। जे उहदा भाडे दे हिसाब नाल लगाया जाए तो 22 रुपए इनकम 22 रुपए एक दिन का नहीं पैंदा। उस तो 2 लाख की बजाय साडे उपर 25-30 लाख के कर्जे हो गए। वो कर्जियां दा अज तक किसी पार्टी ने किसी उन्हें नहीं दिता। पर कर्जे भी बाद की गल है, जिहड़ा इंसाफ ना देना देश का, यह सब तो वड्डी देश के उत्ते जिहड़ा काला धब्बा, ये मूर्खताई देश की हैगी है। और देश जिहड़ा अपने आप नूं ह्यूमन राइट्स की गल करता, ह्यूमन राइट्स के ये अंदर ये बिल्कुल फेल है। इत्थों तक कि जदों
ਬਿਲ ਕਲਿੰਟਨ ਵਗੈਰਾ ਵੀ ਦੇਸ਼ ਦੇ ਅੰਦਰ ਆਏ ਨੇ, ਜਦੋਂ ਦਰਬਾਰ ਸਾਹਿਬ ਵੀ ਗਏ ਨੇ ਔਰ ਚੰਡੀਗੜ੍ਹ ਵੀ ਆਏ ਨੇ। ਅਸੀਂ ਉਹਨਾਂ ਨਾਲ ਵੀ ਕੋਰਸਪੋਂਡੈਂਸ ਕੀਤਾ, ਅਸੀਂ ਉਹਨਾਂ ਕੋਲ ਵੀ ਅਪਰੋਚ ਕੀਤੀ ਹੈਗੀ ਹੈ। ਜਿਹੜੇ ਇਹ ਅਮਰੀਕਾ ਵਰਗੇ ਦੇਸ਼ ਨੇ ਉਹ ਵੀ ਸਾਨੂੰ ਇਸ ਦੇ ਵਿੱਚ ਇਨਸਾਫ ਦੇਣ 'ਚ ਬਿਲਕੁਲ ਨਾਕਾਮਯਾਬ ਰਹੇ ਨੇ। ਉਹਨਾਂ ਨੇ ਵੀ ਇਸ ਦੇਸ਼ ਦੇ ਉੱਤੇ ਪ੍ਰੈਸ਼ਰ ਨਹੀਂ ਬਣਾਇਆ ਕਿ ਇਸ ਚੀਜ਼ ਦਾ ਜਿਹੜਾ ਹੈਗਾ ਉਹ ਸਾਨੂੰ ਇਨਸਾਫ ਮਿਲ ਸਕੇ। ਪਾਟੇ ਸਾਹਿਬ, ਮੋਹਾਲੀ ਦੇ ਵਿੱਚ ਜਾਂ ਲੁਧਿਆਣੇ ਦੀ ਆਪਾਂ ਗੱਲ ਕਰ ਲਈਏ, ਹੋਰ ਜਿਹੜੇ ਨੇੜਲੇ ਜਿਹੜੇ ਸ਼ਹਿਰ ਹੈ ਉਹਨਾਂ ਦੇ ਵਿੱਚ ਕਾਫੀ ਜਿਹੜੇ ਲੋਕ ਨੇ ਉਹ ਦਿੱਲੀ ਤੋਂ, ਕਾਨਪੁਰ ਤੋਂ ਜਾਂ ਅਦਰ ਸਟੇਟਸ ਤੋਂ ਜਿਹੜਾ ਹੈਗਾ ਉਹ ਉੱਜੜ ਕੇ ਜਿਹੜਾ ਹੈਗਾ ਇਸ ਦੰਗਿਆਂ ਤੋਂ ਬਾਅਦ ਇੱਥੇ ਆਏ ਨੇ। ਕਿ ਜਿਹੜੀ ਇੱਥੇ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਪੀੜਤ ਪਰਿਵਾਰਾਂ ਦੇ ਨਾਲ ਇਨਸਾਫ ਕੀਤਾ ਕਿ ਜੋ ਉਹਨਾਂ ਨੂੰ ਬਣਦਾ ਮੁਆਵਜ਼ਾ ਸੀਗਾ ਜਾਂ ਜਿਹੜੀ ਹੋਰ ਸਹੂਲਤਾਂ ਦੇਣ ਦੇ ਜਿਹੜੇ ਦਾਅਵੇ ਤੇ ਵਾਅਦੇ ਕਰੇ ਗਏ ਸੀਗੇ, ਕੀ ਉਹ ਮਿਲੇ ਨੇ ਸਾਰੇ ਪੀੜਤ ਪਰਿਵਾਰਾਂ ਨੂੰ? ਦੇਖੋ, ਅੱਜ ਦੀ ਡੇਟ ਤੱਕ ਵੀ ਅਸੀਂ ਮੈਂ ਮਾਨਯੋਗ ਹਾਈ ਕੋਰਟ ਦੇ ਆਰਡਰ ਹੈਗੇ ਆ, ਅਸੀਂ ਬਿਲਕੁਲ ਬੜੇ ਪੀਸਫੁਲ ਤਰੀਕੇ ਨਾਲ ਇੱਕ ਪਾਸੇ ਜਦੋਂ ਸ਼੍ਰੀਨਗਰ ਦੇ ਅੰਦਰ ਜਾਂ ਹੋਰ ਕਿਸੇ ਜਗ੍ਹਾ ਦੇ ਅੰਦਰ ਜਦੋਂ ਥੱਲੇ ਮੱਧ ਪ੍ਰਦੇਸ਼ ਵਗੈਰਾ ਜਾਂ ਉਧਰ ਮਾਊ ਵਾਲੇ ਜਦੋਂ ਉੱਥੇ ਕੋਈ ਆਤੰਕ ਦੀ ਗੱਲ ਹੁੰਦੀ ਆ ਤੇ ਇਹ ਕਹਿੰਦੇ ਨੇ ਵੀ ਸਾਡੇ ਨਾਲ ਪੀਸਫੁਲ ਤਰੀਕੇ ਨਾਲ ਜਿਹੜਾ ਗੱਲ ਕਰੇਗਾ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਪਰ ਬੜੇ ਅਫਸੋਸ ਦੀ ਗੱਲ ਆ, ਪਿਛਲੇ 38 ਸਾਲ ਤੋਂ ਅਸੀਂ ਬਗੈਰ ਕਿਸੇ ਹਥਿਆਰਬੰਦ ਲੜਾਈ ਲੜਨ ਤੋਂ ਬਗੈਰ ਅਸੀਂ ਬੜੇ ਪੀਸਫੁਲ ਤਰੀਕੇ ਨਾਲ ਹਰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ, ਪਰ ਸਾਨੂੰ ਕਿਸੇ ਪ੍ਰਧਾਨ ਮੰਤਰੀ ਨੇ, ਕਿਸੇ ਰਾਸ਼ਟਰਪਤੀ ਨੇ ਸਾਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ। ਔਰ ਜਿਹੜੀ ਗੱਲ ਰਹੀ ਕਿ ਸਾਨੂੰ ਇਹਦੇ ਵਿੱਚ ਕਿਸੇ ਤਰੀਕੇ ਦੀ ਜਿਹੜੀਆਂ ਵੀ ਪਾਲਿਸੀਆਂ ਬਣਾਈਆਂ ਉਹ ਪਾਲਿਸੀਆਂ ਨੂੰ ਇੰਪਲੀਮੈਂਟ ਕਰਾਉਣ ਯੋਗ ਵਾਸਤੇ ਸਾਨੂੰ ਹਾਈ ਕੋਰਟ 'ਚ ਜਾਣਾ ਪਿਆ। ਹਾਈ ਕੋਰਟ ਨੇ ਵੀ ਜਿਹੜੇ ਉਹ ਆਰਡਰ ਕੀਤੇ ਉਹ ਵੀ ਅੱਜ ਤੱਕ ਅਧੂਰੇ ਨੇ। ਉਹ ਅਧੂਰੇ ਆਰਡਰਾਂ ਨੂੰ ਅਸੀਂ ਉਸ ਤੋਂ ਬਾਅਦ ਕੰਡੈਮਟਾਂ ਵੀ ਪਾਈਆਂ, ਜਿਹਦੇ 'ਚ ਸਾਡੇ ਜ਼ਿਲ੍ਹਾ SS ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਨੂੰ ਲੋਕ ਮੁਹਾਲੀ ਕਹਿੰਦੇ ਨੇ, ਪਰ ਮੈਂ ਇਸ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਸ ਵਾਸਤੇ ਕਹਿੰਦਾ ਕਿਉਂਕਿ ਸਾਡੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਵੱਡੀਆਂ ਸੀ, ਨਾਮ ਵੀ ਵੱਡੇ ਨੇ, ਅਸੀਂ ਇਹਦੀ ਵੀ ਲੜਾਈ ਫਾਈਟ ਲੜ ਰਹੇ ਹੈਗੇ ਹਾਂ। ਪਰ ਜਿਹੜੀ ਗੱਲ ਅੱਜ 84 ਦੀ ਹੈ, 84 ਦੇ ਮੁਤਾਬਿਕ ਅਸੀਂ ਇਹ ਗੱਲ ਕਹਿੰਦੇ ਹੈਗੇ ਆ ਕਿ ਜਦੋਂ ਵਰੁਣ ਰੂਜ਼ਮ ਇੱਥੇ ਦੇ ਡਿਪਟੀ ਕਮਿਸ਼ਨਰ ਸੀ, ਅਸੀਂ ਉਹਨਾਂ ਦੇ ਉੱਤੇ ਜਦੋਂ ਕੋਰਟ ਆਫ ਕੰਡੈਮਟ ਪਾਈ, ਉਸ ਕੇਸ ਦੇ ਬਾਵਜੂਦ ਉਹਦੇ ਵਿੱਚ ਸਾਡੇ ਕੁਝ ਪਰਿਵਾਰਾਂ ਨੂੰ ਕੁਝ ਉਹਦੀ ਰਾਹਤ ਮਿਲੀ, ਪਰ ਉਹ ਵੀ ਅੱਜ ਤੱਕ ਵੀ ਉਹ ਕੇਸ ਪੈਂਡਿੰਗ ਨੇ, ਜਿਹਨੂੰ ਇਹ ਸਰਕਾਰਾਂ ਅੱਜ ਤੱਕ ਵੀ ਨਹੀਂ ਸੁਣ ਰਹੀਆਂ ਹੈਗੀਆਂ। ਕੀ ਆਰਡਰ ਸੀਗੇ ਹਾਈ ਕੋਰਟ ਦੇ ਜਿਹੜੇ ਇੰਪਲੀਮੈਂਟ ਨਹੀਂ ਹੋਏ ਹੁਣ ਤੱਕ? ਹਾਈ ਕੋਰਟ ਨੇ ਕਿਹਾ ਸੀ ਕਿ ਜਿਹੜਾ ਵੀ ਬੰਦਾ, ਜਿਹੜੇ ਵੀ ਜਿੱਥੇ ਵੀ ਹੈਗਾ ਕਿ ਜਿੰਨੇ ਮਕਾਨ ਹੈਗੇ ਨੇ, ਜਾਂ ਸਰਕਾਰ ਇਹਨਾਂ ਨੂੰ ਹੋਰ ਮਕਾਨ ਜਿਹੜੇ ਮਕਾਨ ਬਣਾ ਕੇ ਦੇਵੇ, ਇਹਨਾਂ ਨੂੰ ਰਹਿਣ ਔਰ ਕਾਰੋਬਾਰ ਕਰਨ ਲਈ ਜਗ੍ਹਾ ਦੇਵੇ। ਔਰ ਜਿਹੜੇ ਇਹਨਾਂ ਨੇ ਕਾਰੋਬਾਰ ਕਰਨ ਦੀ ਜਗ੍ਹਾ ਦੀ ਗੱਲ ਕੀਤੀ ਸੀ ਉਹ 50% ਲੈਸ ਦੈਨ ਜੋ ਮਾਰਕੀਟ 'ਚ ਜੋ ਰੇਟ ਕੋਈ ਵੀ ਚੀਜ਼ ਦਾ ਜਿਹੜਾ ਰੇਟ ਸੀ ਉਹਦੇ 50% ਦੇ ਉੱਤੇ। ਔਰ ਜਿਹੜੇ ਮਕਾਨ ਸੀ ਉਹ 1991-92 ਦੀ ਪਾਲਿਸੀ ਦੇ ਮੁਤਾਬਿਕ ਇਹਨਾਂ ਨੇ ਸਾਨੂੰ ਦੇਣੇ ਸੀ, LIG ਔਰ MIG ਮਕਾਨ, 1 ਕਮਰੇ ਔਰ 2 ਕਮਰੇ ਦੇ ਮਕਾਨ ਹੈਗੇ ਸੀ। ਪਰ ਸਰਕਾਰਾਂ ਉਹ ਦੇਣ 'ਚ ਵੀ ਬਿਲਕੁਲ ਅੱਜ ਤੱਕ ਅਸਫਲ ਰਹੀਆਂ ਨੇ। ਔਰ ਅਸੀਂ ਉਸ ਦੇ ਲਈ ਵੀ ਮੈਂ ਅੱਜ ਵੀ ਸਵੇਰੇ ਹਾਈ ਕੋਰਟ ਦੇ ਵਿੱਚ ਜਾ ਕੇ ਆਇਆ ਔਰ ਆਪਣੀ ਅਸੀਂ ਕਾਗਜ਼ੀ ਕਾਰਵਾਈ ਕੀਤੀ ਹੈਗੀ ਆ ਔਰ ਕਰਦੇ ਰਹੇ ਆ, ਪਿਛਲੇ 38 ਸਾਲ ਤੋਂ ਕਰ ਰਹੇ ਹੈਗੇ ਆ। ਪਰ ਜਿਹੜਾ ਕਹਿ ਲਓ ਕਿ 16345 ਆਪਣਾ ਮਾਨਯੋਗ ਹਾਈ ਕੋਰਟ ਦਾ ਕੇਸ ਆ, ਉਸ ਦਾ ਆਰਡਰ ਜਿਹੜਾ 2009 'ਚ ਅਸੀਂ ਕੇਸ ਪਾਇਆ ਸੀ, 2011 'ਚ ਜਸਟਿਸ ਸੂਰਿਆਕਾਂਤ ਜੀ ਜਿਹੜੇ ਅੱਜ ਹਿਮਾਚਲ ਦੇ ਚੀਫ ਜਸਟਿਸ ਨੇ, ਉਹਨਾਂ ਨੇ ਇਸ ਕੇਸ ਦਾ ਨਿਪਟਾਰਾ ਕੀਤਾ ਸੀ। ਉਹਨਾਂ ਨੇ ਜਿਹੜਾ ਨਿਪਟਾਰਾ ਕੀਤਾ ਸੀ ਉਹ ਵੀ ਅੱਜ ਜਿਹੜਾ ਹੈਗਾ ਉਹ ਫੈਸਲਾ ਉਹ ਖਾਲੀ ਕਾਗਜ਼ਾਂ ਦੇ ਵਿੱਚ ਰਹਿ ਗਿਆ। ਪਰ ਸਾਨੂੰ ਇਹਨਾਂ ਨੇ ਦੇਸ਼ ਨੇ ਔਰ ਸਾਡੇ ਜਿਹੜੇ IS IPS ਅਫਸਰ ਨੇ, ਇਹਨਾਂ ਨੇ ਉਹਦੇ ਉੱਤੇ ਕਈ ਤਰੀਕੇ ਦੀਆਂ ਕਈ ਚੀਜ਼ਾਂ ਕੱਢ ਕੇ ਉਹ ਲਟਕਾ ਕੇ ਅੱਜ ਤੱਕ ਲਟਕਾਈ ਜਾ ਰਹੇ। ਪਾਟੇ ਸਾਹਿਬ, ਹੁਣ ਤੱਕ ਜਿਹੜੀ ਹੈਗੇ ਆ ਇਹ ਸਿੱਖ ਕਤਲੇਆਮ ਦਾ ਜਿਹੜਾ ਹੈਗਾ ਇਹਦਾ ਮੁਕੰਮਲ ਜਿਹੜਾ ਹੈਗਾ ਇਹਦੀ ਰਿਪੋਰਟ ਤਿਆਰ ਕਰਨ ਵਾਸਤੇ ਆਪਾਂ ਗੱਲ ਕਰ ਲਈਏ ਜਾਂ ਇਸ ਕੇਸ ਦਾ ਬਿਲਕੁਲ ਨਿਬੇੜੇ ਦੀ ਆਪਾਂ ਗੱਲ ਕਰ ਲਈਏ, ਕਿੰਨੇ ਹੁਣ ਤੱਕ ਜਿਹੜੇ ਹੈਗੇ ਆ ਕਮਿਸ਼ਨ ਬਣੇ ਨੇ, ਕਿੰਨੀਆਂ ਕੁ ਇਹਦੀਆਂ ਜਾਂਚ ਕਮੇਟੀਆਂ ਜਿਹੜੀਆਂ ਹੈਗੀਆਂ ਨੇ ਉਹ ਬਣੀਆਂ ਨੇ, ਕਿੰਨੇ ਕੁ ਗਵਾਹ ਜਿਹੜੇ ਹੈਗੇ ਹੁਣ ਤੱਕ ਭੁਗਤ ਚੁੱਕੇ ਆ? ਦੇਖੋ, ਜੇ ਤਾਂ ਆਪਾਂ ਕਮਿਸ਼ਨਾਂ ਦੀ ਗੱਲ ਕਹੀਏ, ਜਿਹੜੀ ਸੈਂਟਰ ਗੌਰਮੈਂਟ ਵੱਲੋਂ ਕਮਿਸ਼ਨ ਬਣੇ ਤੇ 9 ਕਮਿਸ਼ਨ ਬਣੇ ਹੈਗੇ ਆ। ਉਹ 9 ਕਮਿਸ਼ਨਾਂ ਦੇ ਵਿੱਚੋਂ 9 ਕਮਿਸ਼ਨਾਂ ਦੀਆਂ ਰਿਪੋਰਟਾਂ ਹੀ ਅੱਜ ਤੱਕ ਜਨਤਕ ਨਹੀਂ ਹੋਈਆਂ। ਫਿਰ ਕੇਜਰੀਵਾਲ ਨੇ ਦਿੱਲੀ ਦੇ ਅੰਦਰ ਜਦੋਂ ਪਹਿਲੀ ਵਾਰੀ ਸਰਕਾਰ ਬਣਾਈ, ਇਹਨੇ ਬੜੇ ਦਾਅਵੇ ਨਾਲ ਬੜੇ ਠੋਕ ਕੇ ਛਾਤੀ ਠੋਕ ਕੇ ਇਹ ਗੱਲ ਕਹਿੰਦੇ ਸੀ ਔਰ HS ਫੁਲਕਾ ਵੀ ਇਹਦੇ ਵਿੱਚ ਪੂਰੀ ਉਹਨਾਂ ਨੇ ਵਾਹ ਲਾਈ ਸੀ। ਉਹਨਾਂ ਨੇ ਇੱਕ ਕਮਿਸ਼ਨ ਬਿਠਾਇਆ ਸੀ, ਉਹ ਕਮਿਸ਼ਨ ਦੀ ਵੀ ਅਸੀਂ ਪਿਛਲੇ ਕਹਿ ਲਓ ਕਿ ਟਾਈਮ ਤੋਂ ਅਸੀਂ ਕੇਜਰੀਵਾਲ ਜਿਹੜਾ ਕਿ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈਗਾ, ਉਸ ਦੇ ਵਿੱਚ ਕੋਲ ਅਸੀਂ ਅਪਰੋਚ ਕਰਦੇ ਰਹੇ ਕਿ ਉਹ ਘੱਟੋ ਘੱਟ ਉਹ ਜਿਹੜੀ ਤੁਹਾਡੀ ਹੈਗੀ ਕਿ ਤੁਸੀਂ ਕਹਿੰਦੇ ਆ ਕਿ ਅਸੀਂ ਤਾਂ ਹੁਣ ਆਏ ਹੈਗੇ ਆ, ਤੁਸੀਂ ਆਪਣੀ ਰਿਪੋਰਟ ਤਾਂ ਜਨਤਕ ਕਰੋ। ਪਰ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਕਹਿੰਦਾ ਔਰ ਪੰਜਾਬ ਦੇ ਲੋਕਾਂ ਨੇ, ਸਿੱਖਾਂ ਨੇ ਉਹਨਾਂ ਨੂੰ ਖਾਸ ਤੌਰ ਤੇ ਵੋਟਾਂ ਪਾ ਕੇ ਪੰਜਾਬ ਦੀ 92 ਸੀਟਾਂ ਦੀ ਨੁਮਾਇੰਦਗੀ ਦਿੱਤੀ ਆ, ਉਸਨੇ ਵੀ ਆਪਣੀ ਉੱਥੇ ਦੀ ਦਿੱਲੀ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਜਨਤਕ ਨਹੀਂ ਕੀਤੀ। ਔਰ ਬੜੇ ਅਫਸੋਸ ਦੀ ਗੱਲ ਆ, ਇਹ ਜਦੋਂ ਨਵੰਬਰ ਦੀ ਗੱਲ ਆਉਂਦੀ ਹੈ ਤੇ ਨਵੰਬਰ ਦੇ ਜਿਹੜੇ ਪਹਿਲੇ ਹਫਤੇ ਦੇ ਵਿੱਚ ਜਿਹੜੀ ਖਾਲੀ ਦਿੱਲੀ ਦੀ ਗੱਲ ਕੀਤੀ ਜਾਂਦੀ ਹੈ। ਔਰ ਮੈਂ ਦੱਸਣਾ ਚਾਹੁੰਦਾ ਕਿ ਦੇਸ਼ ਦਾ ਇੱਕ ਨਹੀਂ
ਦੇਸ਼ ਦੇ ਵਿੱਚ ਹਿਮਾਚਲ ਚਲੇ ਜਾਓ, ਹਿਮਾਚਲ 'ਚ ਕਤਲੇਆਮ ਹੋਇਆ, ਹਰਿਆਣਾ ਚਲੇ ਜਾਓ, ਹਰਿਆਣਾ 'ਚ ਕਤਲੇਆਮ ਹੋਇਆ, ਰਾਜਸਥਾਨ ਚਲੇ ਜਾਓ, ਰਾਜਸਥਾਨ 'ਚ ਹੋਇਆ, ਗੁਜਰਾਤ ਚਲੇ ਜਾਓ, ਗੁਜਰਾਤ 'ਚ ਹੋਇਆ, ਮੱਧ ਪ੍ਰਦੇਸ਼ ਚਲੇ ਜਾਓ, ਮੱਧ ਪ੍ਰਦੇਸ਼ ਵਿੱਚ ਕਤਲੇਆਮ ਹੋਇਆ। ਮਤਲਬ ਕਿਹੜੀ ਸਟੇਟ ਦਾ ਨਾਮ ਲਈਏ ਜਿੱਥੇ ਕਤਲੇਆਮ ਸਿੱਖਾਂ ਦਾ ਨਹੀਂ ਹੋਇਆ। ਇਹ ਇੱਕ ਸੋਚੀ ਸਮਝੀ ਸ਼ਹਾਦਤ ਸੀ। ਕਿਉਂਕਿ ਮੈਂ ਆਪਣੀ ਗੱਲ ਕਰਾਂ, ਮੈਂ ਉਸ ਟਾਈਮ ਉਸ ਸਮੇਂ ਦੇ ਵਿੱਚ ਮੇਰੀ ਉਮਰ 17.5 ਸਾਲ ਸੀ। ਮੈਂ ਉਦੋਂ 10ਵੀਂ ਦੀ ਪੜ੍ਹਾਈ ਕਰਕੇ +1 ਦੇ ਵਿੱਚ ਮੈਂ ਐਡਮਿਸ਼ਨ ਕਰੀ, ਪਰ ਮੈਂ ਉਦੋਂ ਉਸ ਤੋਂ ਬਾਅਦ ਪੜ੍ਹਾਈ ਨਹੀਂ ਕਰ ਸਕਿਆ। ਪਰ ਦੇਸ਼ ਦੇ ਵਿੱਚ ਮੇਰੀ ਇੱਕ ਵਾਰੀ ਜਦੋਂ ਹਾਈ ਕੋਰਟ ਦੇ ਵਿੱਚ ਕੋਈ ਕੇਸ ਲੱਗਾ ਹੋਇਆ ਸੀ ਤੇ ਮੈਨੂੰ ਹਾਈ ਕੋਰਟ ਦੇ ਜੱਜ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਸ ਬਨਾਰ ਦੇ ਉੱਪਰ ਮਕਾਨਾਂ ਦੇ ਉੱਪਰ ਕਬਜ਼ਾ ਕਰਕੇ ਬੈਠੇ ਹੈਗੇ ਆ। ਤੇ ਮੈਂ ਜੱਜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੱਜ ਸਾਹਿਬ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ, ਮੈਨੂੰ ਬੜਾ ਅੱਜ ਮਜ਼ਾ ਆਇਆ ਕਿ ਹਾਈ ਕੋਰਟ ਦੇ ਇੱਕ ਜੱਜ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਕਿਹਦੇ ਬਿਹਾਫ ਦੇ ਉੱਤੇ, ਕਿਹੜੇ ਲੀਡਰ ਦੇ ਜਾਂ ਕਿਹੜੇ ਬੰਦੇ ਦੇ ਕਹਿਣ ਦੇ ਉੱਤੇ ਤੁਸੀਂ ਇਹ ਆਪਾਂ ਕਬਜ਼ਾ ਕੀਤਾ। ਮੈਂ ਕਿਹਾ ਮੈਂ ਲਿਖਤੀ ਤੌਰ ਤੇ ਦਿਆਂਗਾ ਕਿ ਅਸੀਂ ਕਬਜ਼ੇ ਕਿਸ ਤਰ੍ਹਾਂ ਕੀਤੇ, ਕਿਸ ਤਰ੍ਹਾਂ ਪਾਲਿਸੀਆਂ ਬਣਦੀਆਂ ਨੇ ਔਰ ਕਿਸ ਤਰ੍ਹਾਂ ਠੰਡੇ ਬਸਤੇ ਪਈਆਂ ਰਹਿੰਦੀਆਂ। ਪਰ ਮੈਨੂੰ ਹਾਈ ਕੋਰਟ ਇੱਕ ਗੱਲ ਦਾ ਜਵਾਬ ਦੇ ਦੇ ਕਿ ਜਦੋਂ ਮੇਰੇ ਘਰ ਦੇ ਉੱਤੇ ਹਮਲਾ ਹੋਇਆ ਸੀ, ਜਦੋਂ ਮੇਰੇ ਘਰ ਦੇ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਦੋਂ ਕਿਹੜੀ ਪਰਮਿਸ਼ਨ ਕਿਹਦੇ ਬੰਦੇ ਦੇ ਨਾਲ ਕੀਤੀ ਗਈ ਸੀ। ਮੈਨੂੰ, ਮੈਂ ਤੁਹਾਡੇ ਕੋਲ ਲਿਖਤੀ ਨਹੀਂ ਕਹਿੰਦਾ, ਮੈਂ ਲਿਖਤੀ ਦਿਆਂਗਾ, ਪਰ ਮੈਨੂੰ ਦੇਸ਼ ਇਹ ਤਾਂ ਲਿਖਤੀ ਦੇ ਜ਼ੁਬਾਨੀ ਦੱਸ ਦੇਵੇ ਕਿ ਮੇਰੇ ਘਰ ਦੇ ਉੱਤੇ ਹਮਲਾ ਹੋਇਆ ਸੀ ਤੇ ਕਿਹਦੀ ਪਰਮਿਸ਼ਨ ਤੇ ਹੋਇਆ। ਇਹ ਅੱਜ ਤੱਕ ਦੇਸ਼ ਨਹੀਂ ਦੱਸ ਸਕਿਆ। ਔਰ ਸਿੱਖ ਕੌਮ ਨੇ ਕਦੀ ਵੀ, ਚਾਹੇ ਉਹ ਸੁੱਖਾ ਜਿੰਦਾ ਨੇ, ਚਾਹੇ ਕੋਈ ਵੀ ਬੰਦਾ ਸੀ, ਉਸਨੇ ਜੇ ਕਿਸੇ ਬੰਦੇ ਦਾ ਮਰਡਰ ਕੀਤਾ, ਚਾਹੇ ਅੱਜ ਆਪਣਾ ਸਜ਼ਾ ਭੁਗਤ ਚੁੱਕੇ ਜਿਹੜੇ ਆਪਣਾ ਬੰਦੀ ਸਿੰਘ ਨੇ, ਉਹ ਬੰਦੀ ਸਿੰਘਾਂ 'ਚ ਚਾਹੇ ਹਵਾਰੇ ਹਰੀ ਨੇ, ਚਾਹੇ ਕੋਈ ਨੇ, ਚਾਹੇ ਬੇਅੰਤ ਸਿੰਘ ਔਰ ਸਤਵੰਤ ਸਿੰਘ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ, ਉਹਨਾਂ ਨੇ ਛਾਤੀ ਠੋਕ ਕੇ ਕਿਹਾ ਕਿ ਅਸੀਂ ਮਾਰਿਆ ਗਾ। ਪਰ ਸਾਡੇ ਉਹ ਬੁਜ਼ਦਿਲ ਲੀਡਰ ਜਿਹੜੇ ਕਹਿੰਦੇ ਸੀ ਕਿ ਸਿੱਖਾਂ ਦਾ ਕਤਲੇਆਮ ਕਰ ਦੋ, ਬੜਾ ਪੇੜ ਗਿਰਦਾ, ਪਰ ਉਹਨਾਂ ਨੇ ਅੱਜ ਤੱਕ ਛਾਤੀ ਠੋਕ ਕੇ ਕਿਸੇ ਬੰਦੇ ਨੇ ਇਹ ਨਹੀਂ ਕਹਿ ਸਕਦੇ ਕੋਰਟ 'ਚ ਖੜੇ ਹੋ ਕੇ ਕਿ ਅਸੀਂ ਮਾਰਿਆ। ਇੱਧਰ ਸਾਡੇ ਹਵਾਰੇ ਵਰਗੇ ਬੰਦਿਆਂ ਨੇ ਛਾਤੀ ਠੋਕ ਕੇ ਕਿਹਾ ਕਿ ਅਸੀਂ ਇਹ ਕਤਲੇਆਮ ਕੀਤਾ ਗਾ, ਚਾਹੇ ਪੂਨੇ 'ਚ ਜਾ ਕੇ ਕਤਲੇਆਮ ਕੀਤਾ ਗਾ, ਚਾਹੇ ਕਿਤੇ ਕਤਲੇਆਮ ਕੀਤਾ, ਉਹਨਾਂ ਨੇ ਠੋਕ ਕੇ ਕਿਹਾ ਵੀ ਅਸੀਂ ਇਹਨਾਂ ਦਾ ਮਰਡਰ ਕੀਤਾ, ਇਹਨਾਂ ਨੇ ਸਾਡੇ ਗੁਰੂ ਘਰ ਤੇ ਹਮਲਾ ਕੀਤਾ ਜਾਂ ਸਾਡੇ ਕਿਸੇ ਕੋਈ ਵੀ ਸਿੱਖਾਂ ਦੇ ਉੱਪਰ ਹਮਲਾ ਕੀਤਾ। ਉਹਨਾਂ ਨੇ ਠੋਕ ਕੇ ਗੱਲ ਕਹੀ ਹੈ। ਪਰ ਇਹ ਐਸੀ ਬੁਜ਼ਦਿਲ ਦੇਸ਼ ਹੈ ਜਿਹੜੇ ਦੇਸ਼ ਨੂੰ ਸਿੱਖਾਂ ਨੇ ਆਜ਼ਾਦੀ ਦਵਾ ਦਿੱਤੀ, ਪਰ ਇਹ ਆਜ਼ਾਦੀ ਦੇ ਲਾਇਕ ਨਹੀਂ ਸੀ ਹੈਗੇ। ਅੱਜ ਬੜੇ ਅਫਸੋਸ ਨਾਲ 38 ਸਾਲ ਬਾਅਦ ਮੈਨੂੰ ਇਹ ਸਖਤ ਲਫ਼ਜ਼ ਇਸ ਕਰਕੇ ਕਹਿਣੇ ਪੈ ਰਹੇ ਨੇ ਕਿ ਦੇਸ਼ ਨੇ ਸਾਨੂੰ ਇਨਸਾਫ ਦੇਣ ਵਿੱਚ ਬਿਲਕੁਲ ਪੂਰੇ ਤਰੀਕੇ ਨਾਲ ਨਾਕਾਮਯਾਬ ਹੋਇਆ ਹੈਗਾ। ਤੇ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ 38 ਸਾਲ ਹੋ ਗਏ ਤੁਹਾਨੂੰ ਜਿਹੜੀ ਹੈਗੀ ਆ ਸਮਾਜਿਕ ਤੌਰ ਤੇ ਲੜਾਈ ਲੜਦਿਆਂ ਨੂੰ, ਕਾਨੂੰਨੀ ਤੌਰ ਤੇ ਲੜਾਈ ਲੜਦਿਆਂ ਨੂੰ ਜਿਹੜੀ ਹੈਗੀ ਆ ਨਹੀਂ ਤੁਹਾਨੂੰ ਇਨਸਾਫ ਮਿਲਿਆ। ਤੁਹਾਨੂੰ ਹੁਣ ਕੀ ਲੱਗਦਾ ਕੀ ਆ ਵੀ ਜਿਹੜਾ 38 ਸਾਲ ਤੋਂ ਬਾਅਦ ਹੁਣ ਕੋਈ ਆਸ ਹੈ ਇਨਸਾਫ ਮਿਲਣ ਦੀ ਤੁਹਾਨੂੰ? ਕੋਈ ਨਹੀਂ, ਸਾਨੂੰ ਇਸ ਦੇਸ਼ ਦੇ ਉੱਤੇ ਇਨਸਾਫ ਅਸੀਂ ਤਾਂ ਦੇਖੋ ਅਸੀਂ ਮੰਗ ਨਹੀਂ ਕਰ ਰਹੇ। ਅਸੀਂ ਮੈਂ ਬਿਲਕੁਲ ਮੰਗ ਨਹੀਂ ਕਰਦਾ। ਮੈਂ ਦੇਸ਼ ਨਾਲ ਕੋਰਸਪੋਂਡੈਂਸ ਕਰਦਾ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ, ਦੇਸ਼ ਦੇ ਰਾਸ਼ਟਰਪਤੀ ਨਾਲ, ਦੇਸ਼ ਦੇ ਗ੍ਰਹਿ ਮੰਤਰੀ ਨਾਲ, ਦੇਸ਼ ਦੇ ਚੀਫ ਜਸਟਿਸ ਸੁਪਰੀਮ ਕੋਰਟ ਨਾਲ, ਹਾਈ ਕੋਰਟ ਦੇ ਨਾਲ, ਸਾਰਿਆਂ ਨਾਲ ਅਸੀਂ ਇੱਥੋਂ ਤੱਕ ਕਿ ਜਿਹੜੇ ਆਪਣਾ ਪੰਜਾਬ ਯੂਨੀਵਰਸਿਟੀ ਹੈਗੀ ਆ ਉੱਥੇ ਦੇ ਜਾਂ ਇੰਡਸਟਰੀ ਡਿਪਾਰਟਮੈਂਟ ਦੇ ਜਿਹੜੇ ਅਫਸਰ ਹੈਗੇ ਆ ਉਹਨਾਂ ਨਾਲ ਅਸੀਂ ਕੋਰਸਪੋਂਡੈਂਸ ਕਰਦੇ ਹੈਗੇ। ਅਸੀਂ ਮੰਗ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਹਿੰਦੇ ਕਿ ਤੁਹਾਡੇ ਮੱਥੇ ਤੇ ਜਿਹੜੇ ਕਾਲੇ ਧੱਬੇ ਲੱਗੇ ਨੇ ਇਹਨਾਂ ਨੂੰ ਧੱਬਿਆਂ ਨੂੰ ਧੋਵੋ ਜੇ ਤੁਸੀਂ ਧੋ ਸਕਦੇ ਹੈਗੇ ਹੋ ਆਪਣੇ ਜਿੰਦੇ ਜੀ। ਪਰ ਜੇ ਅਸੀਂ ਵੀ ਜਦ ਤੱਕ ਅਸੀਂ ਜਿੰਦੇ ਹੈਗੇ ਆ ਅਸੀਂ ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਸੁੱਖ ਦੀ ਚੈਨ ਬੈਠਣ ਨਹੀਂ ਦਿੰਦੇ। ਔਰ ਹਰ ਇਸ ਵਾਸਤੇ ਇਹਨਾਂ ਨੂੰ ਦੇ ਉੱਤੇ ਇਹ ਪ੍ਰੈਸ਼ਰਾਈਜ਼ ਅਸੀਂ ਬਣਾਉਂਦੇ ਰਹਾਂਗੇ ਔਰ ਅਸੀਂ ਇਹਨਾਂ ਦੇ ਉੱਤੇ ਜਿਹੜਾ ਮੱਥੇ ਤੇ ਕਾਲਾ ਧੱਬਾ ਇਹ ਕਹਿਣਗੇ ਵੀ ਇਹ ਭੁੱਲ ਜਾਣਗੇ। ਕਿਉਂਕਿ ਅਕਾਲੀ ਦਲ ਦੇ ਵਿੱਚ ਇੱਕ ਹੈਗੇ ਸੀ ਪ੍ਰੋਫੈਸਰ ਬੰਡੂੰਗਰ ਸਾਹਿਬ, ਉਹ ਕਹਿੰਦੇ ਸੀ ਕਿ ਬੜਾ ਟਾਈਮ ਹੋ ਗਿਆ ਕਿ ਇਹਨੂੰ ਭੁੱਲ ਜਾਣਾ ਚਾਹੀਦਾ। ਔਰ ਉਦੋਂ ਬਾਦਲ ਹੋਰਾਂ ਨੇ ਵੀ ਗੱਲ ਕਹੀ ਸੀ ਇਹ ਭੁੱਲਣ ਯੋਗ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਇਹਦੇ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ। ਪਰ ਸਾਡੇ ਘਰਾਂ ਦੇ ਉਸ ਦਿਨਾਂ ਦੇ ਵਿੱਚ ਜੋ ਹਾਲਾਤ ਸੀ ਅਸੀਂ ਇਸ ਚੀਜ਼ ਨੂੰ ਨਾ ਮਰਦੇ ਦਮ ਤੱਕ ਭੁੱਲ ਸਕਦੇ ਹਾਂ, ਨਾ ਅਸੀਂ ਇਹ ਭੁੱਲਣ ਦੇਣਾ ਦੇਸ਼ ਨੂੰ। ਔਰ ਸਿੱਖਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰਜਿਸਟੈਂਸ ਪਾਵਰ ਫੂਕੀ ਹੋਈ ਆ, ਸਿੱਖ ਤਾਂ ਮਰਦੇ ਦਮ ਤੱਕ ਆਪਣਾ ਇਸ ਗੱਲ ਦੇ ਉੱਤੇ ਖਹਿੜਾ ਨਾ ਛੱਡਦੇ ਆ। ਔਰ ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਕਹਿ ਕੇ ਜਾਊਂਗਾ ਕਿ ਇਹ ਜਿਹੜੀ ਗੱਲ ਹੈ ਜੇ ਤੁਸੀਂ ਇਹਨੂੰ ਗੱਲ ਨੂੰ ਹਵਾ ਔਰ ਤੱਤੀ ਕਰਕੇ ਰੱਖੋ, ਇਹ ਤੱਤੀ ਗੱਲ ਹੈ। ਇਹ ਤੱਤੀਆਂ ਗੱਲਾਂ ਤਦ ਹੀ ਇਹ ਦੇਸ਼ ਨੂੰ ਲੱਗਦੀਆਂ ਸਾਡੀਆਂ ਕਿਉਂਕਿ ਅਸੀਂ ਸੱਚੀ ਗੱਲ ਕਰਦੇ ਹਾਂ। ਮੈਂ ਪੂਰੇ ਦੇਸ਼ ਦੇ ਕੋਈ ਵੀ ਪਾਰਟੀ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਬੀਜੇਪੀ ਆ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਇੱਥੇ ਦੇ ਬਾਕੀ ਪਾਰਟੀ ਜਿਸ ਤਰ੍ਹਾਂ ਬਿੱਟੇ ਵਰਗੇ ਔਰ ਬਿੱਟੂ ਵਰਗੇ ਔਰ ਜਿਹੜੇ ਇੱਥੇ ਉਹ ਮੰਡ ਵਰਗਾ ਜਿਹੜਾ ਇੰਦਰਾ ਗਾਂਧੀ ਦੀ ਟੀ-ਸ਼ਰਟ ਪਾ ਕੇ ਤੇ ਆਪਣੇ ਆਪ ਨੂੰ ਇੰਦਰਾ ਗਾਂਧੀ ਦਾ ਪੁੱਤ ਕਹਿੰਦਾ, ਜਾਂ ਇਹ ਤੁਹਾਡਾ ਰਾਜਾ ਵੜਿੰਗ ਵਰਗੇ ਆ। ਮੈਂ ਇਹਨਾਂ ਨੂੰ ਖੁੱਲ੍ਹਾ ਚੈਲੰਜ ਕਰਦਾ ਕਿ ਜਿੰਨਾ ਮੈਂ ਕੋਰਸਪੋਂਡੈਂਸ ਕੀਤਾ ਹੋਇਆ ਮੇਰੇ ਨਾਲ ਕਿਸੇ ਵੀ ਟੇਬਲ ਦੇ ਉੱਤੇ ਬੈਠ ਕੇ ਤੁਸੀਂ ਗੱਲ ਕਰੋ
ਕਿ ਤੁਸੀਂ ਸਾਡੇ ਵਾਸਤੇ ਕੀ ਕੀਤਾ ਹੈਗਾ, ਸਾਡੀ ਕਿਹੜੀ ਆਵਾਜ਼ ਤੁਸੀਂ ਚੱਕੀ ਹੈਗੀ ਆ। ਜੇ ਉਹਨਾਂ ਨੂੰ ਮੈਂ ਜਿੰਨਾ ਕੋਰਸਪੋਂਡੈਂਸ ਕੀਤਾ ਹੋਇਆ, ਮੈਂ ਉਹਨਾਂ ਨੂੰ ਭਜਾ ਨਾ ਦਿਆਂ ਗੱਲਾਂ ਦੇ ਵਿੱਚ, ਔਰ ਇਹ ਭੱਜ ਨਾ ਜਾਣ ਮੀਟਿੰਗ ਛੱਡ ਕੇ। ਤੇ ਇਹ ਮੇਰਾ ਇਹਨਾਂ ਨਾਲ ਖੁੱਲ੍ਹਾ ਚੈਲੰਜ ਹੈ। ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਮਰਜ਼ੀ ਪ੍ਰਵਕਤਾ ਜਿੰਨਾ ਮਰਜ਼ੀ ਕਹਿੰਦਾ ਕੁਆਂਦਾ ਬੰਦਾ, ਕਿਉਂਕਿ ਉਹ ਬੜਾ ਪੜ੍ਹੇ ਲਿਖੇ ਹੋਣਗੇ, ਪਰ ਮੇਰੇ ਨਾਲ ਇਸ ਮੁੱਦੇ ਦੇ 1984 ਦੇ ਮੁੱਦੇ ਉੱਤੇ ਤੇ ਕਾਰਵਾਈ ਕਰਨ, ਉਹਨਾਂ ਨੂੰ ਇਸ ਦੀ ਜਿਹੜੀ ਹੈ ਉਹ ਮਾਰ ਖਾਣੀ ਪਏਗੀ ਔਰ ਉਹਨਾਂ ਨੂੰ ਇਹ ਗੱਲਾਂ ਸੁਣਨੀਆਂ ਪੈਣਗੀਆਂ। ਭਾਟੀਆ ਸਾਹਿਬ, ਇਨਸਾਫ ਲੈਣ ਵਾਸਤੇ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਤੁਸੀਂ ਕਿਵੇਂ ਦੀ ਜਿਹੜੀ ਹੈਗੀ ਹੈ ਉਹ ਲੜਾਈ ਲੜੋਗੇ, ਜਾਂ ਕਿਵੇਂ ਦੀ ਜਿਹੜੀ ਹੈਗੀ ਹੈ ਤੁਹਾਡੀ ਕਾਨੂੰਨੀ ਚਾਰਾਜੋਈ ਜਿਹੜੀ ਹੈਗੀ ਹੈ ਨੈਕਸਟ ਟਾਈਮ ਦੇ ਵਿੱਚ ਹੋਏਗੀ? ਦੇਖੋ ਜੀ, ਮੈਂ ਤਾਂ ਇਸ ਨੂੰ ਬੜੇ ਪੀਸਫੁਲ ਤਰੀਕੇ ਦੇ ਨਾਲ ਲੜਦਾ ਰਿਹਾ ਔਰ ਲੜਦਾ ਰਹਾਂਗਾ ਜਦ ਤੱਕ ਆਪਣੇ ਸਵਾਸ ਨੇ ਆਪਣੇ ਅੰਦਰ ਇੱਕ ਵੀ ਸਵਾਸ ਹੈਗਾ। ਮੈਂ 84 ਦੀ ਗੱਲ ਨੂੰ ਉਦੋਂ ਤੱਕ ਨਹੀਂ ਭੁੱਲਾਂਗੇ ਜਦ ਤੱਕ ਸਾਨੂੰ ਇਹ ਦੇਸ਼ ਇਨਸਾਫ ਨਹੀਂ ਦੇ ਦਿੰਦਾ, ਕਿਉਂਕਿ ਦੇਸ਼ ਦੇ ਉੱਤੇ ਜਿਹੜਾ ਕਾਲਾ ਧੱਬਾ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲੱਗਿਆ ਸਾਡੇ ਬਜ਼ੁਰਗਾਂ ਨੇ। ਅਸੀਂ ਇਹਦੇ ਉੱਤੇ ਬੜੀਆਂ ਵਾਹ ਲਾਈਆਂ ਔਰ ਸਾਡੇ ਬਜ਼ੁਰਗਾਂ ਨੇ ਇਹਦੇ ਉੱਤੇ ਸ਼ਹੀਦੀਆਂ ਦਿੱਤੀਆਂ ਹੈਗੀਆਂ। ਅਸੀਂ ਇਸ ਦੇਸ਼ ਦੇ ਅਸਲੀ ਵਾਰਸ ਅਸੀਂ ਹੈਗੇ ਹਾਂ। ਇਸ ਕਰਕੇ ਅਸੀਂ ਇਸ ਦੇਸ਼ ਦੀ ਜਿਹੜੇ ਮੱਥੇ ਦੇ ਲੱਗੇ ਧੱਬੇ ਨੂੰ ਧੋਣ ਵਾਸਤੇ ਅਸੀਂ ਹਮੇਸ਼ਾ ਤਤਪਰ ਹੈਗੇ ਹਾਂ। ਕੋਈ ਜੇ ਜਿਸ ਤਰ੍ਹਾਂ ਮਰਜ਼ੀ ਕੋਈ ਗੱਲ ਕਹੀ ਜਾਏ, ਪਰ ਅਸੀਂ ਇਸ ਤੇ ਪੂਰੇ ਤਤਪਰ ਹੈਗੇ ਹਾਂ। ਜੇ ਨਹੀਂ ਕਰਦੇ ਤੇ ਜਿਹੜੀਆਂ ਬਾਹਰ ਸਟੇਟਾਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਹਿਊਮਨ ਰਾਈਟਸ ਦੇ ਉੱਤੇ ਬੜੀਆਂ ਵੱਡੀਆਂ ਆਪਣੇ ਆਪ ਨੂੰ ਕਹਿ ਲਓ ਕਿ ਦਾਅਵੇ ਕਰਦੀਆਂ ਨੇ, ਅਸੀਂ ਉਹਨਾਂ ਨੂੰ ਇਹ ਗੱਲ ਤੁਹਾਡੇ ਮਾਧਿਅਮ ਦੇ ਇਸ ਚੈਨਲ ਦੇ ਰਾਹੀਂ ਅਸੀਂ ਔਰ ਜਿਹਦੇ ਕੋਲ ਵੀ ਇਹ ਗੱਲ ਜਾਂਦੀ ਹੈ ਉਹ ਜਿੰਨੀ ਵੀ ਇਹਨੂੰ ਸ਼ੇਅਰ ਕਰ ਸਕਦਾ ਹੈ, ਸ਼ੇਅਰ ਕਰਕੇ ਇਹ ਉਹ ਲੋਕਾਂ ਤੱਕ ਪਹੁੰਚਾਏ ਕਿ ਜਿਹੜੇ ਬਾਹਰ ਬੈਠੇ ਸਿੱਖ ਨੇ ਜਾਂ ਬਾਹਰ ਬੈਠੇ ਲੋਕ ਨੇ, ਉਹਨਾਂ ਤੱਕ ਵੀ ਗੱਲ ਪਹੁੰਚੇ ਕਿ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਦੇਸ਼ ਇਹ ਸਾਨੂੰ ਇਨਸਾਫ ਦੇ ਸਕਦਾ। ਇਹ ਪ੍ਰੈਸ਼ਰਾਈਜ਼ ਇਹ ਕੀਤਾ ਜਾਏ। ਜਿਹੜੀਆਂ ਤਾਕਤਾਂ ਨੇ ਦਰਬਾਰ ਸਾਹਿਬ ਦੇ ਉੱਪਰ ਜਦੋਂ ਹਮਲਾ ਹੋਇਆ, ਉਹ ਤਾਕਤਾਂ ਨੇ ਜਿਹੜੀ ਇੰਦਰਾ ਗਾਂਧੀ ਦੇ ਨਾਲ ਮਿਲ ਕੇ ਹਿੰਦੁਸਤਾਨ ਦੀ ਫੌਜ ਦੇ ਨਾਲ ਮਿਲ ਕੇ ਹਮਲਾ ਕੀਤਾ, ਉਹ ਤਾਕਤਾਂ ਦੇ ਕੰਨਾਂ 'ਚ ਵੀ ਅਸੀਂ ਇਹ ਗੱਲ ਪਾਉਣਾ ਚਾਹੁੰਦੇ ਹਾਂ ਕਿ ਉਹ ਜੇ ਤੁਸੀਂ ਉੱਥੇ ਕੁਝ ਕੀਤਾ ਸੀ, ਅਸੀਂ ਤਾਂ ਬਾਹਰਲੀਆਂ ਸਟੇਟਾਂ 'ਚ ਬੈਠ ਕੇ ਅਸੀਂ ਤੁਹਾਡੇ ਨਾਲ ਜਾਂ ਅਸੀਂ ਕੋਈ ਪੁਕਾਰ ਨਹੀਂ ਸੀ, ਸਾਡੀ ਕੋਈ ਮੰਗ ਨਹੀਂ ਸੀ, ਪਰ ਸਾਡਾ ਜਿਹੜਾ ਕਤਲੋਗਾਰਤ ਹੋਈ ਆ ਉਦੋਂ ਅੱਜ ਉਹ ਦੇਸ਼ ਕਿੱਥੇ ਮਰੇ ਹੋਏ ਨੇ, ਕਿੱਥੇ ਚੁੱਪ ਕਰਕੇ ਬੈਠੇ ਹੋਏ ਨੇ। ਸਾਨੂੰ ਇਨਸਾਫ ਦੇਣ ਦੇ ਵਿੱਚ ਉਹ ਕਿਉਂ ਨਹੀਂ ਆਪਣੇ ਮੂੰਹ 'ਚੋਂ ਜਿਹੜੀਆਂ ਘੁੰਗਣੀਆਂ ਉਹਨਾਂ ਨੇ ਪਾ ਕੇ ਰੱਖੀਆਂ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਔਰ ਕਿਉਂ ਨਹੀਂ ਇਸ ਉੱਤੇ ਆਵਾਜ਼ ਬੁਲੰਦ ਕਰਦੇ ਹੈਗੇ? ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਅਸੀਂ ਸਿੱਖ ਕਤਲੇਆਮ ਜਿਹੜਾ ਕਿ ਨਵੰਬਰ ਦਾ ਮਹੀਨਾ ਚੜ੍ਹਦੇ ਸਾਰ ਜਿਹੜਾ ਹੈਗਾ ਉਹ ਸਾਰੀਆਂ ਪਾਰਟੀਆਂ ਨੂੰ ਜਿਹੜਾ ਹੈਗਾ ਯਾਦ ਆ ਜਾਂਦਾ। ਇਹਦੇ ਦੇ ਉੱਤੇ ਜਿਹੜਾ ਹੈਗਾ ਸਿਆਸੀ ਰੋਟੀਆਂ ਜਿਹੜੀਆਂ ਹੈਗੀਆਂ ਸੇਕਣੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ। ਰਾਜਨੀਤਿਕ ਲੋਕਾਂ ਦਾ ਜਿਹੜਾ ਹੈਗਾ ਕੰਮ ਹੀ ਇਹੀ ਹੈ, ਜਾਂ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਜਿਹੜੇ ਹੈਗਾ ਇੱਦਾਂ ਦੇ ਜਿਹੜੇ ਮੁੱਦੇ ਆ ਉਹ ਚੁੱਕੇ ਜਾਂਦੇ ਨੇ। ਅੱਜ ਅਸੀਂ ਨਵੰਬਰ 1984 ਦੀ ਘਟਨਾਵਾਂ ਨੂੰ ਲੈ ਕੇ ਦਿੱਲੀ ਸਿੱਖ ਕਤਲੇਆਮ ਦੇ ਜਿਹੜਾ ਹੈਗਾ ਸੰਸਥਾ ਹੈ ਉਹਦੇ ਅਸੀਂ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਜੀ ਉਹਨਾਂ ਦੇ ਨਾਲ ਗੱਲ ਕੀਤੀ ਹੈ। ਉਹਨਾਂ ਨੇ ਬੜੇ ਬੇਬਾਕ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਰੀ ਗੱਲ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੀ ਹੈ ਤੇ ਸਾਰੀਆਂ ਪਾਰਟੀਆਂ ਨੂੰ ਜਿਹੜਾ ਹੈਗਾ ਇਸ ਘਟਨਾਵਾਂ ਦੇ ਲਈ ਜ਼ਿੰਮੇਵਾਰ ਦੱਸਿਆ ਕਿ ਹੁਣ ਤੱਕ ਜਿਹੜਾ ਹੈਗਾ ਜਿਹੜੇ ਦੋਸ਼ੀ ਨੇ ਇਹਨਾਂ ਘਟਨਾਵਾਂ ਦੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਸਰੇਆਮ ਜਿਹੜੇ ਹੈਗੇ ਆ ਖੁੱਲ੍ਹੇਆਮ ਘੁੰਮ ਰਹੇ ਆ। ਉਹਨਾਂ ਨੂੰ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਹੁਣ ਤੱਕ ਸਜ਼ਾਵਾਂ ਨਹੀਂ ਮਿਲੀਆਂ ਤੇ ਉਮੀਦ ਜਿਹੜੀ ਹੈਗੀ ਆ ਇਹ ਕਰਦੇ ਨੇ ਵੀ ਸਾਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਸ਼ਾਇਦ ਮਿਲ ਜੇ ਨਹੀਂ ਤਾਂ ਫਿਰ ਆਪਣੀ ਜਿਹੜੀ ਹੈਗੀ ਆ ਇਹਨਾਂ ਦੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਜਾਂ ਜਿਹੜੀ ਸਮਾਜਿਕ ਇਹਨਾਂ ਦੀ ਜਿਹੜੀ ਲੜਾਈ ਆ ਉਹ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਹੋਰ ਤਿੱਖਾ ਕਰਨਗੇ।